तो एक डिजनीलैंड है, मैं क्या वो भी देखा, होर असी काफ़ी कुछ देखा। कहती फिर तो आपने खाक देखा, जो देखने वाली थी तो वो देखी नहीं। मैंने कहा वो क्या था, कहती वो पैराडाइज। मैं कहा पैराडाइज, पैराडाइज मैं कहा भी बहुत अच्छी जगह होएगी पैराडाइज, इन्ना अच्छा ना है ਉਹਦਾ। मतलब ਉਹਦਾ ਰੋਜ਼ ਦਾ ਆਉਣਾ ਜਿਹੜਾ ਸੀਗਾ ਉਹ ਮਤਲਬ ਉਹਦੇ ਦਿਲ ਵਿੱਚ ਕੋਈ ਮੇਰਾ ਇਮੇਜ ਬਣ ਗਿਆ ਜਾਂ ਕੁਛ ਹੋ ਗਿਆ, ਧੀਰੇ ਧੀਰੇ ਉਹ ਮੇਰੇ ਦਿਲ 'ਚ ਵੀ ਘਰ ਬੈਠਿਆ। ਮੈਮ ਤੁਸੀਂ 20 ਸਾਲ ਦੀ ਉਮਰ ਤੱਕ 3 ਬੱਚਿਆਂ ਦੀ ਮਾਂ ਬਣ ਜਾਂਦੇ ਹੋ, ਫਿਰ ਦੂਸਰਾ ਪਤੀ ਵੱਲੋਂ ਕੋਈ ਸਹਿਯੋਗ ਨਹੀਂ ਮਿਲਦਾ ਔਰ ਬਹੁਤ ਆਰਥਿਕ ਤੰਗੀਆਂ 'ਚੋਂ ਤੁਹਾਨੂੰ ਲੰਘਣਾ ਪੈਂਦਾ ਹੈ, ਅਤੇ ਕਦੀ ਜੀਅ ਨਹੀਂ ਕੀਤਾ ਕਿ ਇਸ ਸਾਰੀ ਸੰਸਥਾ 'ਚੋਂ ਇਹਨਾਂ ਰਿਸ਼ਤਿਆਂ 'ਚੋਂ ਮੈਂ ਬਾਹਰ ਹੋ ਜਾ? ਨਹੀਂ, ਮੇਰਾ ਇਸ ਗੱਲ ਬਾਰੇ ਤਾਂ ਕਦੇ ਸੋਚ ਹੀ ਨਹੀਂ ਆਈ। ਡਿਵੋਰਸ ਜਿਹੜਾ ਨਾ ਹੈ ਨਾ, ਇਹ ਤਾਂ ਮੇਰੀ ਜ਼ਿੰਦਗੀ 'ਚ ਹੈ ਹੀ ਨਹੀਂ ਸੀਗਾ। ਨਾਲੇ ਕਿਉਂਕਿ ਜਿਹੜੇ ਆਪਾਂ ਕਲਚਰ ਨੂੰ ਬਿਲੋਂਗ ਕਰਦੀ ਹਾਂ ਮੈਂ, ਉੱਥੇ ਕਦੇ ਇਹ ਗੱਲ ਹੋਈ ਵੀ ਨਹੀਂ ਅਤੇ ਹੋ ਵੀ ਨਹੀਂ ਸੀ ਸਕਦੀ। ਪਰ ਹਾਂ, ਇਹ ਜ਼ਰੂਰ ਮੇਰੇ ਮਨ 'ਚ ਆਇਆ ਸੀ ਇੱਕ ਦੋ ਵਾਰੀ ਕਿ ਮੈਂ ਸੁਸਾਈਡ ਕਰਾਂ। ਇੱਥੋਂ ਤੱਕ ਮੈਂ ਪਹੁੰਚ ਵੀ ਗਈ ਸੀਗੀ, ਕਿਉਂਕਿ ਹਾਲਾਤ ਇੰਨੇ ਮਾੜੇ ਸੀਗੇ। ਇੱਕ ਤਾਂ ਇਕਨੋਮਿਕਲੀ ਬਹੁਤ ਪੂਅਰ ਸੀ, ਦੂਸਰੇ ਉੱਤੋਂ ਉਹ ਮੇਰੇ ਮਤਲਬ ਸਾਥੀ ਦਾ ਗੱਲ ਨੂੰ ਸਮਝਣਾ, ਨਾ ਕੋਈ ਜ਼ਿੰਮੇਵਾਰੀ ਲੈਣੀ, ਨਾ ਕੁਛ। ਉਹ ਕੋਈ ਜ਼ਿੰਮੇਵਾਰੀ ਲੈਂਦੇ ਹੀ ਨਹੀਂ ਸੀ। ਅਤੇ ਫਿਰ ਵੀ ਮੈਂ ਇਹ ਕਦੇ ਨਹੀਂ ਸੋਚਿਆ ਕਿ ਮੈਂ ਇਹਨਾਂ ਨਾਲੋਂ ਅਲੱਗ ਹੋ ਜਾਂ ਜਾਂ ਡਿਵੋਰਸ ਦੇਵਾਂ, ਜਾਂ ਇਹ ਮੇਰੇ ਗਲਤ ਮਨ 'ਚ ਨਹੀਂ। ਮੈਂ ਸਿਰਫ ਮੇਰੇ ਮਨ 'ਚ ਹਮੇਸ਼ਾ ਇਹ ਆਈ ਕਿ ਮੈਂ ਆਪਣੇ ਘਰ ਨੂੰ ਮਤਲਬ ਹਾਊਸ ਨਾ ਬਣਾਵਾਂ, ਘਰ ਹੀ ਬਣਾਵਾਂ, ਮੇਰਾ ਘਰ ਜੁੜਿਆ ਰਹੇ। ਮੇਰੇ ਜਿਹੜੇ ਇਨਲਾਜ ਸੀਗੇ, ਮੇਰੇ ਖਿਆਲ ਦੁਨੀਆ 'ਚ ਪਹਿਲੀ ਮਿਸਾਲ ਮੈਂ ਦੇ ਰਹੀ ਹਾਂ ਕਿ ਮੇਰੀ ਅਤੇ ਮੇਰੇ ਇਨਲਾਜ ਦੀ ਇੰਨੀ ਮਿੱਤਰਤਾ, ਦੋਸਤੀ ਅਤੇ ਪਿਆਰ ਸੀਗਾ, ਸ਼ਾਇਦ ਹੀ ਕਿਸੇ ਹੋਵੇ। ਇਸੇ ਕਰਕੇ ਮੈਂ ਪੜ੍ਹ ਲਿਖੀ ਉਹਨਾਂ ਦੇ ਪਿਆਰ ਸਦਕਾ, ਉਹਨਾਂ ਦੇ ਸਤਿਕਾਰ ਸਦਕਾ। ਉਹਨਾਂ ਨੇ ਮੇਰੀ ਬਹੁਤ ਮਤਲਬ ਬਹੁਤ ਹੈਲਪ ਕੀਤੀ ਆ, ਮੇਰੇ ਫਾਦਰ ਇਨ ਲਾ ਨੇ ਅਤੇ ਮਦਰ ਇਨ ਲਾ ਨੇ। ਜੇ ਮੇਰੇ ਹਸਬੈਂਡ ਨੇ ਨਹੀਂ ਕੀਤੀ ਨਾ, ਇਸ ਕਰਕੇ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਆਪਣੇ 'ਤੇ ਚੱਕੀ। ਮੇਰੇ ਬੱਚਿਆਂ ਨੂੰ ਕਈ ਵਾਰ ਸਕੂਲੋਂ ਲੈ ਕੇ ਆਉਂਦੇ, ਸੱਸ ਮੇਰੀ ਹੁਣ ਸਕੂਲੋਂ ਲੈ ਕੇ ਆਉਂਦੀ ਸੀ, ਮੇਰੀ ਉਹੀ ਬੱਚਿਆਂ ਨੂੰ ਹੀ ਲੈ ਕੇ ਆਉਂਦੀ ਸੀ ਨਾ। ਪਤਾ ਨਹੀਂ, ਮੈਂ ਇਹ ਗੱਲ ਸੋਚੀ ਨਹੀਂ। ਹਾਂ, ਮਰਨ ਬਾਰੇ ਸੋਚੀ, 3 ਵਾਰੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਮੈਂ, ਪਰ ਸਾਹਮਣੇ ਬੱਚੇ ਦਿਖਦੇ ਸੀ ਫਿਰ ਵੀ ਇਹਨਾਂ ਦਾ ਕੀ ਕਸੂਰ ਹੈ। ਚਲੀ ਵੀ ਗਈ। ਇੱਕ ਵਾਰੀ ਮੈਂ ਛੱਤ 'ਤੇ ਦੇਖਿਆ ਹੇਠਾਂ ਅਤੇ ਝਾਕਿਆ, ਪਰ ਮੇਰੇ ਬੱਚਿਆਂ ਨੇ ਜਿਵੇਂ ਮੈਨੂੰ ਪਿੱਛੇ ਖਿੱਚ ਲਿੱਤਾ। ਮੈਂ ਮਤਲਬ ਇਹ ਗੱਲ ਨਹੀਂ ਸੋਚੀ ਕਿ ਡਿਵੋਰਸ ਦੇਵਾਂ ਜਾਂ ਮੇਰਾ ਘਰ ਟੁੱਟੇ, ਕਦੇ ਨਹੀਂ ਸੋਚਿਆ ਮੈਂ। ਔਰ ਮੈਨੂੰ ਲੱਗਦਾ ਵੀ ਨਹੀਂ, ਜੇ ਮੈਂ ਘਰ ਤੋੜ ਲੈਂਦੀ ਹਾਂ, ਛੱਡ ਕੇ ਦੂਸਰਾ ਕਰ ਲੈਂਦੀ ਹਾਂ, ਉਹ ਕੋਈ ਸ਼ੋਰ ਤਾਂ ਨਹੀਂ ਕਿ ਉਹ ਮੈਨੂੰ ਬਹੁਤ ਸੁਖੀ ਰੱਖੂਗਾ। ਮੈਨੂੰ ਤਾਂ ਇਹੀ ਕਲਚਰ ਅੱਛਾ ਲੱਗਦਾ, ਸੱਚ ਪੁੱਛੋ, ਕਿ ਘਰ ਘਰ ਹੋਣਾ ਚਾਹੀਦਾ ਬਸ। ਤੇ ਮੈਮ ਫਿਰ ਜੀਵਨ ਦੇ ਕਿਹੜੇ ਵਰੇ 'ਚ ਲੱਗਿਆ ਆ ਕੇ ਕਿ ਜ਼ਿੰਦਗੀ ਹੁਣ ਲੀਹ 'ਤੇ ਆ ਗਈ? ਹਾਂ, ਮੇਰਾ ਖਿਆਲ ਹੈ 30 ਸਾਲਾਂ ਦੀ ਜਦੋਂ ਮੈਂ ਨੌਕਰੀ, 25 ਸਾਲ ਦੀ ਤਾਂ ਆਖਰੀ ਦਿਨ ਸੀ ਜਿੱਦਣ ਮੈਨੂੰ 25 ਸਾਲ ਦਾ, ਜੇ ਉਦਣ ਮੈਨੂੰ ਨੌਕਰੀ ਨਾ ਮਿਲਦੀ ਫਿਰ ਕਦੇ ਨਹੀਂ ਸੀ ਮਿਲਣੀ। 25 ਸਾਲ ਦੇ ਨੌਕਰੀ ਦਿੰਦੇ, ਉਦਣ 25 ਸਾਲ ਦਾ ਮੇਰਾ ਆਖਰੀ ਦਿਨ ਸੀ ਜਿੱਦਾਂ ਮੈਨੂੰ ਜੁਆਇਨ ਕੀਤਾ। ਉਸ ਤੋਂ ਬਾਅਦ ਸਮਝ ਲਓ ਜਿੱਦਣ ਨੌਕਰੀ ਜੁਆਇਨ ਕੀਤੀ, ਮੇਰਾ ਮੋਸਟ ਹੈਪੀਐਸਟ ਡੇ ਸੀਗਾ। ਉਸ ਤੋਂ ਬਾਅਦ ਖੁਸ਼ੀਆਂ ਮੇਰੇ ਕੋਲ ਆ ਗਈਆਂ, ਕਿਉਂਕਿ ਇਕਨੋਮਿਕਲੀ ਮੇਰੀ ਪ੍ਰੋਬਲਮ ਸੋਲਵ ਹੋ ਗਈ। ਚਾਹੇ 190 ਰੁਪਏ ਮਿਲਦੇ ਸੀ, ਪਰ ਅਸੀਂ ਆਰਾਮ ਨਾਲ ਰੋਟੀ ਖਾਣ ਲੱਗ ਗਏ ਸੀ। ਫਿਰ ਉੱਧਰ ਮੇਰੇ ਹਸਬੈਂਡ ਦੀ ਵੀ ਜੋਬ, ਚੰਗਾ ਕੰਮ ਕਰਨ ਲੱਗੇ, ਅਤੇ ਇਕਨੋਮਿਕਲੀ ਸਾਡੀ ਉਹ ਜਿਹੜੀ ਪ੍ਰੋਬਲਮ ਸੀ ਉਹ ਖ਼ਤਮ ਹੋ ਗਈ। ਅਤੇ ਦੂਸਰੀ ਗੱਲ, ਉਹ ਮੈਂ 30 ਸਾਲ ਦੀ ਹੋ ਗਈ। ਜਦੋਂ 30 ਸਾਲ ਦੀ ਹੋ ਗਈ, ਉਹ ਵੀ ਵੱਡੇ ਹੋ ਗਏ, ਅਤੇ ਫਿਰ ਨਾ ਸਾਡੀ ਦੋਨਾਂ ਦੀ ਫਰੈਂਡਸ਼ਿਪ ਵੀ ਹੋ ਗਈ। ਲੇਕਿਨ ਉਸ ਤੋਂ ਪਹਿਲਾਂ, ਫਰੈਂਡਸ਼ਿਪ ਤੋਂ ਪਹਿਲਾਂ ਇੱਕ ਸੁਪਨਾ ਸਮਝ ਲਓ ਜਾਂ ਇੱਕ ਹਾਦਸਾ ਸਮਝ ਲਓ ਮੇਰੀ ਜ਼ਿੰਦਗੀ 'ਚ ਵਾਪਰਿਆ ਕਿ ਮੇਰੀਆਂ ਰਾਈਟਿੰਗ ਨੂੰ ਇੱਕ ਬੰਦਾ ਮਤਲਬ ਇਹ ਕਹਿ ਕੇ ਰੋਜ਼ ਮੈਨੂੰ ਮਿਲਣ ਆਉਂਦਾ ਕਿ ਮੈਂ ਤੁਹਾਡੀ ਆਹ ਕਹਾਣੀ ਟਰਾਂਸਲੇਟ ਕਰਨੀ ਹੈ, ਮੈਂ ਤੁਹਾਡੀ ਆਹ ਕਹਾਣੀ ਟਰਾਂਸਲੇਟ ਕਰਨੀ ਹੈ। ਮਤਲਬ ਉਹਦਾ ਰੋਜ਼ ਦਾ ਆਉਣਾ ਜਿਹੜਾ ਸੀਗਾ, ਉਹ ਮਤਲਬ ਉਹਦੇ ਦਿਲ ਵਿੱਚ ਕੋਈ
ਮੇਰਾ ਇਮੇਜ ਬਣ ਗਿਆ ਜਾਂ ਕੁਛ ਹੋ ਗਿਆ, ਧੀਰੇ ਧੀਰੇ ਉਹ ਮੇਰੇ ਦਿਲ 'ਚ ਵੀ ਘਰ ਬੈਠਿਆ ਅਤੇ ਅਸੀਂ ਕਾਫੀ ਨੇੜੇ ਵੀ ਹੋ ਗਏ। ਪਰ ਜਦ ਇਹ ਗੱਲ ਮੇਰੇ ਘਰਦਿਆਂ ਨੂੰ ਪਤਾ ਲੱਗੀ ਤਾਂ ਤੁਹਾਨੂੰ ਪਤਾ ਹੈ ਕਿ ਉਹ ਬਰਦਾਸ਼ਤ ਦੇ ਕਾਬਲ ਨਹੀਂ ਸੀਗੀ। ਹਾਲਾਂਕਿ ਉਹ ਫੈਮਿਲੀ ਸਾਡੇ ਘਰ ਆਉਂਦੀ ਸੀ, ਸਾਡੇ ਬੱਚੇ ਵੀ ਇਕੱਠੇ ਪੜ੍ਹਦੇ ਸੀਗੇ, ਲੇਕਿਨ ਜਦੋਂ ਇਹ ਹਾਦਸਾ, ਜਦੋਂ ਮੇਰੇ ਹਸਬੈਂਡ ਦੇ ਮਨ 'ਚ ਪੱਕੀ ਗੱਲ ਹੋ ਗਈ ਕਿ ਇਹਨਾਂ ਦਾ ਇੱਕ ਦੂਜੇ ਦੇ ਨੇੜੇ ਹੋਣਾ ਇਹ ਮਾੜੀ ਗੱਲ ਹੈ, ਅਤੇ ਫਿਰ ਬਹੁਤ ਬੜਾ ਸਾਕਾ ਹੋਇਆ ਘਰ 'ਚ, ਹੋਣਾ ਹੀ ਸੀਗਾ। ਵੈਸਾ ਇੱਕ ਵਾਰੀ ਉਹ ਮੈਨੂੰ ਚੁੱਪ ਚੁਪੀਤੇ ਬਾਹਰ ਲੈ ਕੇ ਵੀ ਵਿਲ ਸਿਟ ਆਊਟਸਾਈਡ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਜਾ ਕੇ ਇੱਦਾਂ ਉਹਨਾਂ ਬੱਚੇ ਤੋਂ ਮੈਨੂੰ ਅਲੱਗ ਕਰਕੇ ਨਾ ਬਾਹਰ ਜਾ ਕੇ ਗੱਲ ਆਖੀ ਕਿ ਇਹ ਬੰਦਾ ਜੇ ਮੁੜ ਕੇ ਮੈਂ ਦੇਖਿਆ ਅਤੇ ਮੈਂ ਆਹ ਕਰ ਦੂੰਗਾ, ਉਹ ਕਰ ਦੂੰਗਾ, ਤੂੰ ਨਹੀਂ ਹੋਏਂਗੀ ਜਾਂ ਉਹ ਨਹੀਂ ਹੋਊਗਾ, ਮੈਂ ਚਾਹੇ ਫਾਂਸੀ ਚੜ੍ਹ ਜਾ। ਉਸ ਤੋਂ ਬਾਅਦ ਮੈਂ ਮਨ ਨੂੰ ਸਮਝਾਇਆ, ਉਸ ਤੋਂ ਬਾਅਦ ਮੈਂ ਉਹਨੂੰ ਮੈਸੇਜ ਵੀ ਨਹੀਂ ਭੇਜ ਸਕੀ ਵੀ ਤੂੰ ਮੁੜ ਕੇ ਆਈ ਨਾ। ਫਿਰ ਕਿਵੇਂ ਨਾ ਕਿਵੇਂ ਮੈਸੇਜ ਭੇਜਿਆ, ਫਿਰ ਉਹ ਮੁੜ ਕੇ ਆਇਆ ਨਹੀਂ ਕਦੇ ਸਾਡੇ ਘਰ। ਪਰ 2 ਸਾਲਾਂ ਫਿਰ 2 ਸਾਲਾਂ ਬਾਅਦ ਅਸੀਂ ਕਾਨਫਰੰਸ 'ਤੇ ਗਏ ਨਾ, ਅਖਬਾਰਾਂ 'ਚ ਸਾਡੀ ਨਿਊਜ਼ ਆਈ ਕਿ ਅਸੀਂ ਜਾ ਰਹੇ ਹਾਂ ਪਾਕਿਸਤਾਨ। ਉਹ ਬੰਦੇ ਨੂੰ ਪਤਾ ਲੱਗਿਆ, ਪਤਾ ਨਹੀਂ ਕਿੱਥੋਂ ਖੋਜ ਕੇ, ਜਦੋਂ ਤਾਂ ਸਾਡੇ ਘਰਾਂ 'ਚ ਫੋਨ ਵੀ ਨਹੀਂ ਹੁੰਦੇ ਸੀ, ਉਹ ਖੋਜ ਕੇ ਉਹਨੂੰ ਫੋਨ ਕੀਤਾ ਕਿ ਮੈਨੂੰ ਨਾ ਅਧਰੰਗ ਹੋ ਗਿਆ, ਤੁਸੀਂ ਮੈਨੂੰ ਇੱਕ ਵਾਰੀ ਜ਼ਰੂਰ ਦੇਖਣ ਆਉਣਾ। ਬਾਕੀ ਉਹਨੂੰ ਅਧਰੰਗ ਹੋ ਗਿਆ ਸੀਗਾ, ਉਹਦਾ ਪਾਸਾ ਮਾਰਿਆ ਗਿਆ। ਫਿਰ ਮੈਂ ਗਈ ਉਹਨਾਂ ਤੋਂ, ਆਪਣੇ ਹਸਬੈਂਡ ਤੋਂ ਬਿਨਾਂ ਪੁੱਛੇ ਉਹਨਾਂ ਨੂੰ ਦੇਖਣ ਗਈ, ਅਤੇ ਉਹਨੇ ਫਿਰ ਦੱਸਿਆ ਵੀ ਇਹ ਤਾਂ ਤੁਹਾਡੀ ਅੱਜ ਜੁਦਾਈ ਹੋਈ ਹੈ ਜਾਂ ਇਹਦੀ ਮੇਰੇ ਪਰੇਸ਼ਾਨੀ ਆ ਕਾਹਦੀ ਹੈ। ਬਹੁਤ ਵੱਡਾ ਆਫਿਸਰ ਸੀ ਉਹ, TV 'ਤੇ ਸੀਗਾ। ਅਤੇ ਫਿਰ ਇੱਕ ਦਿਨ ਜਦੋਂ ਮੈਂ ਵਾਪਸ ਆਈ ਪਾਕਿਸਤਾਨ ਤੋਂ, ਤਾਂ ਦੇਵਕੀ ਨੰਦਨ ਪਾਂਡੇ ਖਬਰਾਂ ਸੁਣਾ ਰਿਹਾ ਸੀ। ਉਸ ਵੇਲੇ ਦੇਵਕੀ ਨੰਦਨ ਪਾਂਡੇ ਹੁੰਦੇ ਸੀ, ਅਤੇ ਮੈਂ ਹਜੇ ਬਾਥਰੂਮ 'ਚ ਸੀ ਨਹਾਉਂਦੇ ਹੋਏ। ਮੇਰੇ ਹਸਬੈਂਡ ਨੇ ਬੜੇ ਜ਼ੋਰ ਦੀ ਨਾ ਦਰਵਾਜ਼ਾ ਖੜਕਾਇਆ ਮੇਰਾ, ਨਹਾਉਂਦੇ ਹੋਏ ਬਾਥਰੂਮ। ਮੈਂ ਕਿਹਾ ਕੀ ਹੋਇਆ ਕੀ ਹੋਇਆ? ਕਹਿੰਦੇ ਜਲਦੀ ਆ ਜਲਦੀ ਆ। ਮੈਂ ਕਿਹਾ ਮੈਂ ਨਹਾ ਕੇ ਕੱਪੜੇ ਪਾ ਕੇ ਆਊਂਗੀ। ਕੱਪੜੇ ਪਾ ਕੇ ਜਦੋਂ ਮੈਂ ਅਜੇ ਨਿਊਜ਼ ਆ ਰਹੀ ਸੀ, ਕਹਿੰਦੇ ਰੇਡੀਓ ਸੁਣ। ਰੇਡੀਓ ਹੁੰਦਾ ਸੀ ਜਦੋਂ ਸਾਡੇ ਕੋਲ, ਅਤੇ ਰੇਡੀਓ ਸੁਣਿਆ ਤਾਂ ਉਹ ਖਬਰ ਆਈ ਉਸ ਦੀ ਕਿ ਉਹਨੂੰ ਹਾਰਟ ਅਟੈਕ ਹੋ ਗਿਆ। ਅਤੇ ਫਿਰ ਉਹ ਮੇਰੇ ਹਸਬੈਂਡ ਨੇ ਕਿਹਾ ਮੈਂ ਚਾਹਣਾ ਤੂੰ ਹੁਣੇ ਜਾ ਕੇ ਉਹਦੀ ਜਿੱਥੇ ਬੋਡੀ, ਉਹਦਾ ਘਰ ਸੀਗਾ, ਵੀ ਉੱਥੇ ਤੂੰ ਜਾ ਕੇ ਦੇਖ ਲੈ ਇੱਕ ਵਾਰੀ, ਤੇਰੇ ਮਨ ਨੂੰ ਤਸੱਲੀ ਹੋ ਜਾਏਗੀ ਕਿ ਮਤਲਬ ਤੇਰੇ ਦਿਲ ਵਿੱਚ ਇਹ ਗੱਲ ਨਾ ਰਹੇ। ਉਹਨਾਂ ਸਤਿਕਾਰ ਨਾਲ ਮੈਨੂੰ ਕਿਹਾ ਕਿ ਤੂੰ ਜਾ ਕੇ ਹੁਣ ਦੇਖ ਸਕਦੀ ਹੈ। ਫਿਰ ਮੈਂ ਆਈ, ਇੱਥੇ ਹੀ ਕਰਮੇਸ਼ਨ ਗਰਾਊਂਡ ਹੈ ਜਿਹੜਾ ਵਾਲਾ, ਇੱਥੇ ਤੱਕ ਆਈ ਤਾਂ ਉਹਨਾਂ ਨੇ ਮੈਂ ਆਪਣੀ ਇੱਕ ਫਰੈਂਡ ਨੂੰ ਲੈ ਕੇ ਆਈ ਤਾਂ ਉਹਨੂੰ ਦਾਗ ਦੇ ਚੁੱਕੇ ਸੀ। ਅਤੇ ਇਹ ਜਿਹੜੀ ਮੇਰੇ ਜ਼ਿੰਦਗੀ 'ਚ ਜਿਹੜੀ ਇਹੀ ਜਿਹੀ ਘਟਨਾ, ਪਿਆਰ ਮੇਰਾ ਖਿਆਲ ਜ਼ਿੰਦਗੀ 'ਚ ਇੱਕ ਨਾ ਅੱਧੀ ਵਾਰ ਤਾਂ ਹਰੇਕ ਬੰਦੇ ਨੂੰ ਹੁੰਦਾ ਹੀ ਹੁੰਦਾ ਹੈ, ਚਾਹੇ ਤੁਸੀਂ ਜਿਵੇਂ ਵੀ। ਮੇਰੀ ਜ਼ਿੰਦਗੀ ਦਾ ਅਨੁਭਵ ਤਾਂ ਇਹੀ ਕਹਿ ਰਿਹਾ। ਉਸ ਤੋਂ ਬਾਅਦ ਫਿਰ ਹਸਬੈਂਡ ਨਾਲ ਰਿਸ਼ਤਾ ਦੋਸਤੀ 'ਚ ਬਦਲਿਆ? ਹਾਂਜੀ, ਉਸ ਤੋਂ ਬਾਅਦ ਹੀ ਬਦਲਿਆ। ਉਹ ਦੱਸੋ ਕਿ ਇੰਨੇ ਤੁਹਾਡੇ ਟਕਰਾਰੇ ਤਣਾਅ, ਬੱਚੇ ਵੀ ਹੋ ਗਏ, ਦੋਸਤੀ ਉਸ ਤੋਂ ਬਾਅਦ ਹੁੰਦੀ? ਉਸ ਤੋਂ ਬਾਅਦ ਹੁੰਦੀ ਹੈ। ਉਹ ਕਿਵੇਂ ਹੋ ਗਈ ਇਹ ਦੋਸਤੀ? ਅਸਲੀ ਤਾਂ ਜ਼ਿਆਦਾ ਸਾਡੀ ਉੱਥੇ ਬਾਹਰ ਜਾ ਕੇ ਹੋਈ। ਬਾਹਰ ਜਾ ਕੇ ਇਹ ਕਿ ਬੱਚੇ ਤਾਂ ਆਪਣੇ ਆਪਣੇ ਘਰਾਂ 'ਚ ਸੀਗੇ, ਕੋਈ ਹੈ ਨਹੀਂ ਸੀ। ਆਹ ਘਰ ਸਾਡਾ ਇੱਥੇ ਲਾਕ ਕਰ ਗਏ ਸੀ। ਅਤੇ ਫਿਰ ਮੇਰੇ ਹਸਬੈਂਡ ਨੂੰ ਉੱਥੇ ਜਾਂਦੇ ਸੀ ਨਾ, ਪਹਿਲਾਂ ਉਹ 5 ਸਾਲ ਮੇਰੇ ਤੋਂ ਬਿਨਾਂ ਇਕੱਲੇ ਉੱਥੇ ਰਹੇ। ਉਹ ਉਸ ਵੇਲੇ ਉਹਨਾਂ ਨੂੰ ਬੜੀਆਂ ਦੁਸ਼ਵਾਰੀਆਂ ਆ ਰਹੀਆਂ। ਇੱਕ ਤਾਂ ਲੈਂਗੁਏਜ ਦੀ ਦੁਸ਼ਵਾਰੀ ਆ ਰਹੀ ਸੀ, ਘਰ ਤੋਂ ਬਿਨਾਂ ਉਹ ਬਾਹਰ ਜਾ ਕੇ ਕਿਤੇ ਲੈਂਗੁਏਜ ਦੀ ਪਰੇਸ਼ਾਨੀ ਸੀ, ਬੋਲ ਨਹੀਂ ਸਕਦੀ। ਫਿਰ ਉਹਨਾਂ ਨੂੰ ਜਦ ਪੱਕੇ ਨਹੀਂ ਹੋਏ ਸੀਗੇ, ਉਹਨਾਂ ਨੂੰ ਫੈਸਿਲਿਟੀਜ਼ ਨਹੀਂ ਮਿਲ ਰਹੀਆਂ ਸੀ। ਦੂਸਰਾ ਘਰ ਦਾ ਵਾਤਾਵਰਨ ਸੀ, ਜਿਹੜੀ ਮੇਰੀ ਨੂੰਹ ਸੀ ਮਤਲਬ ਉਹ ਵੀ ਕੋਈ ਲਾਪਰਵਾਹ ਸੀ। ਫਿਰ ਉਹਨਾਂ ਨੂੰ ਬਹੁਤ ਮੇਰੀ ਯਾਦ ਆਉਂਦੀ ਸੀ, ਉਹ ਜਲਦੀ ਆ ਜਾ ਜਲਦੀ ਆ ਜਾ। ਅਤੇ ਫਿਰ ਅਸੀਂ ਉੱਥੇ ਜਾ ਕੇ ਰਹਿਣ ਲੱਗੇ ਨਾ, ਫਿਰ ਸਾਨੂੰ ਮਤਲਬ ਅਸੀਂ ਇੱਕ ਦੁੱਖ ਸੁੱਖ ਨੂੰ ਸਾਂਝਾ ਅਸੀਂ ਕਰ ਸਕਦੇ ਸੀਗੇ। ਫਿਰ ਸਾਡੀ ਬਹੁਤ ਨੇੜਤਾ ਹੋਈ, ਇਸ ਕਰਕੇ ਸਾਰਾ ਕੁਛ ਦੋਸਤੀ 'ਚ ਬਦਲ ਗਿਆ। ਜਿਹੜੇ ਉਹ ਪਰੇਸ਼ਾਨੀਆਂ ਸੀਗੀਆਂ ਉੱਥੇ ਉਹ ਚੱਲ ਰਹੇ ਸੀਗੇ। ਫਿਰ ਅਸੀਂ ਵਾਕ ਨੂੰ ਵੀ ਚਲੇ ਜਾਂਦੇ ਸੀ, ਕਸੀਨੋ ਵੀ ਚਲੇ ਜਾਂਦੇ ਸੀ। ਡੂ ਯੂ ਨੋ ਕਸੀਨੋ? ਕਸੀਨੋ ਦੀ ਮੈਂ ਇੱਕ ਗੱਲ ਦੱਸਦੀ ਹਾਂ ਤੁਹਾਨੂੰ। ਕਸੀਨੋ ਅਸੀਂ ਗਏ ਦੋਨੋਂ ਦਿਨ, $50 ਉਹ ਡਾਲਰ ਲਏ ਸੀ।
ਇੱਕ ਮੇਰੀ ਫਰੈਂਡ ਵੀ ਸੀ ਨਾਲ। ਤੇ ਉਹ $50 ਬੜੀ ਜਲਦੀ ਖਤਮ ਹੋ ਗਏ, ਪਤਾ ਨਹੀਂ ਲੱਗਿਆ। ਕਿਉਂਕਿ ਪੈਸੇ ਮਸ਼ੀਨ ਲੈਂਦੀ ਹੈ, ਮਿੰਟਾਂ 'ਚ ਲੈ ਲੈਂਦੀ ਹੈ, ਖਾਲੀ ਹੋ ਗਏ। ਜਿਹੜੀ ਮੇਰੀ ਫਰੈਂਡ ਸੀਗੀ, ਇਹ ਮੇਰੇ ਹਸਬੈਂਡ ਅਲੱਗ ਰਹੇ ਸੀ। ਪਹਿਲੀ ਵਾਰ ਹੀ ਗਏ ਸੀ ਵਿਚਾਰੇ, ਅਸੀਂ ਪਹਿਲੀ ਵਾਰ ਹੀ ਗਏ ਸੀ ਉੱਧਰ। ਕਸੀਨੋ ਕੀ ਹੁੰਦਾ, ਮੇਰੇ ਬੇਟੇ ਨੇ ਕਿਹਾ ਇੱਥੇ ਇੰਜੋਏ ਕਰੋ, ਚਲੋ ਮੰਮੀ। ਅਤੇ ਉਹ ਪੈਸੇ ਖਤਮ ਹੋ ਗਏ ਦੋਨਾਂ ਦੇ ਸਾਡੇ। ਅਸੀਂ ਹੁਣ ਕਰੀਏ ਹਜੇ ਅਸੀਂ ਬੱਸਾਂ 'ਚ ਆਏ ਸੀ, ਬੱਸਾਂ 'ਚ ਵਾਪਸ ਜਾਣੀਆਂ ਸੀ, ਉਹ 3 ਘੰਟੇ ਬਾਅਦ ਜਾਣੀਆਂ ਸੀ। 3 ਘੰਟੇ ਕਿਵੇਂ ਗੁਜ਼ਾਰੀਏ? ਅਤੇ ਫਿਰ ਨਾ ਅਸੀਂ ਐਵੇਂ ਕਸੀਨੋ ਘੁੰਮਣ ਲੱਗ ਗਏ। ਕਸੀਨੋ ਇੰਨਾ ਬੜਾ ਹੁੰਦਾ ਕਿ ਪਤਾ ਨਹੀਂ ਲੱਗਦਾ ਕਿੱਥੇ ਕੀ। ਇੱਕ ਜਗ੍ਹਾ 'ਤੇ ਨਾ ਡਾਂਸ ਹੋ ਰਿਹਾ ਸੀਗਾ, ਮੈਕਸੀਕਨ ਡਾਂਸ। ਉਹਨਾਂ ਦਾ ਜਿਹੜਾ ਮਿਊਜ਼ਿਕ ਹੈ ਨਾ, ਤਕਰੀਬਨ ਸਾਡੇ ਵਰਗਾ ਹੁੰਦਾ। ਅਸੀਂ ਖੜ੍ਹ ਕੇ ਉਹ ਦੇਖਣ ਲੱਗੀਆਂ ਮਿਊਜ਼ਿਕ। ਹੁਣ ਅਸੀਂ ਕੀ ਹੈ ਕਿ ਸਾਡੇ ਕੋਲ ਪੈਸਾ ਤਾਂ ਹੈ ਨਹੀਂ, ਖੇਡ ਨਹੀਂ ਸਕਦੇ। ਅਸੀਂ ਨਾ ਉਹ ਡਾਂਸ ਵੜ ਕੇ ਨਾ ਉਹਦੇ ਵਿੱਚ ਨਾ ਨੱਚਣ ਲੱਗ ਗਈਆਂ ਦੋਨੋਂ ਜਣੀਆਂ। ਉਹਨਾਂ ਦੇ ਮਿਊਜ਼ਿਕ ਵਿੱਚ ਉਹਨਾਂ ਦੇ ਡਾਂਸ ਸੀ। ਅਤੇ ਨਾ ਉਹਨਾਂ ਨੇ ਸਾਰਾ ਆਪਣਾ ਬੰਦ ਕਰਕੇ ਨਾ, ਅਤੇ ਨਾ ਹਾਏ ਰੱਬਾ ਕਰਨ ਲੱਗ ਗਏ। ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੂੰ ਪੰਜਾਬੀ ਵੀ ਆਉਂਦੀ ਹੈ। ਫਿਰ ਪੰਜਾਬੀ ਦੇ ਫਿਰ ਅਸੀਂ ਉੱਥੇ 1-2 ਬੋਲੀਆਂ ਪਾਈ, ਉਹਨਾਂ ਨੇ ਕੁਛ ਨਹੀਂ ਕੀਤਾ। ਗਿੱਧਾ ਗੁੱਧਾ ਪਾ ਕੇ ਅਸੀਂ ਵਾਪਸ ਆ ਗਏ, ਦੋਨੋਂ ਬਾਹਰ ਨਿਕਲੇ। ਫਿਰ ਅਸੀਂ ਢੂੰਡਣ ਲੱਗੀਆਂ ਹਸਬੈਂਡ ਨੂੰ। ਫਿਰ ਉਹ ਕਹਿੰਦੇ ਵੀ ਮੈਂ ਤਾਂ ਜਿੱਤ ਗਿਆ ਹੈਗਾ। ਮੈਂ ਕਿਹਾ ਅੱਛਾ, ਅਸੀਂ ਤਾਂ ਵੀ ਦੋਨੋਂ ਹਾਰ ਗਏ। ਲੱਭ ਕੇ ਫਿਰ ਅਸੀਂ $50 ਲੈ ਕੇ ਗਏ ਸੀਗੇ ਉੱਥੇ। ਅਸੀਂ ਬੜਾ ਇੰਜੋਏ ਕੀਤਾ ਫਿਰ ਅਸੀਂ। ਮੈਮ, ਇਹ ਤੁਹਾਡੀ ਉਹੀ ਸਹੇਲੀ ਸੀ ਜਿਹੜੀ ਤੁਹਾਨੂੰ ਨਾਈਟ ਕਲੱਬ 'ਚ ਵੀ ਲੈ ਗਈ ਸੀ? ਨਾਈਟ ਕਲੱਬ 'ਚ ਵੀ ਲੈ ਕੇ ਗਈ? ਨਾਈਟ ਕਲੱਬ ਵਿੱਚ ਵੀ ਲੈ ਕੇ ਨਾਈਟ ਕਲੱਬ ਅਸੀਂ ਨਾ ਦੋਨੋਂ ਐਕਚੁਅਲੀ ਉਹ ਹੈਗੀ ਸੀ ਸਾਨੂੰ ਮਿਲੀ ਕਿੱਥੇ ਸੀ, ਮੇਰੇ ਹਸਬੈਂਡ ਨੂੰ ਅਤੇ ਮੈਨੂੰ ਦੋਨੋਂ ਹੀ ਐਮਸਟਰਡਮ ਮਿਲੀ ਸੀ। ਪਤਾ ਨਹੀਂ ਕਿਹੜੀ ਫਲਾਈਟ 'ਚ ਜਾ ਰਹੇ ਸੀ, ਉਹਦੇ 'ਚ ਐਮਸਟਰਡਮ ਆਉਂਦਾ ਸੀ ਸ਼ਹਿਰ। ਉੱਥੇ ਸਾਡੀ ਬ੍ਰੇਕ ਸੀ। ਉਹਨੇ ਵੀ 3 ਘੰਟੇ ਬਾਅਦ ਉਹਦੀ ਫਲਾਈਟ ਜਾਣੀ ਸੀ, 4 ਘੰਟੇ ਬਾਅਦ ਸਾਡੀ ਜਾਣੀ ਸੀ। ਸਾਨੂੰ ਇਹਨਾਂ ਦੋਨਾਂ ਨੂੰ ਉਹ ਲੈ ਗਈ ਉੱਥੇ। ਇਹ ਉਹ ਸੱਚਾ ਐਕਸਪੀਰੀਅੰਸ ਹੈ ਜਿਹੜਾ ਉਹਦੇ 'ਚ। ਅਤੇ ਉਹਨੂੰ ਕਹਿੰਦੇ ਚਿੰਤਾ ਤੁਸੀਂ ਇੱਥੇ ਬੜਾ ਕੁਛ ਹੈ ਦੇਖਣ ਨੂੰ। ਪਹਿਲੀ ਵਾਰੀ ਅਸੀਂ ਮਿਲੇ ਸੀਗੇ। ਕਹਿੰਦੀ ਟਾਈਮ ਹੈਗਾ, ਆਪਾਂ ਨਾ ਜਿਹੜੀਆਂ ਹੁੰਦੀਆਂ ਨੇ ਟ੍ਰੇਨਾਂ ਜਿਹੜੀਆਂ ਇੱਥੇ ਚੱਲਦੀਆਂ ਮੈਟਰੋਸ, ਕਹਿੰਦੀ ਬੜੀ ਜਲਦੀ ਲੈ ਜਾਂਦੀਆਂ। ਵੀ ਕਹਿੰਦੀ ਤੁਸੀਂ ਕਿੱਥੇ ਜਾਣਾ ਚਾਹੋਗੇ? ਮੈਂ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਹੈ, ਐਮਸਟਰਡਮ ਦਾ ਪਹਿਲੀ ਵਾਰ ਆਇਆ, ਅਸੀਂ ਬ੍ਰੇਕ ਕੀਤਾ ਸੀ। ਕਹਿੰਦੀ ਇੱਦਾਂ ਕਰੋ, ਜੇ ਇੱਥੇ ਨਾ ਸੈਕਸ ਐਗਜੀਬਿਸ਼ਨ ਲੱਗੀ ਹੋਈ ਹੈ, ਤੁਸੀਂ ਦੇਖਣਾ ਚਾਹੋਗੇ? ਮੈਂ ਕਿਹਾ ਹੈ ਸੈਕਸ? ਅਸੀਂ ਬੜੇ ਹੈਰਾਨ ਹੋ ਗਏ। ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਇੱਥੇ ਸੈਕਸ ਐਗਜੀਬਿਸ਼ਨ ਲੱਗੀ ਹੋਈ ਹੈ। ਕਹਿੰਦੀ ਸੈਕਸ ਨਹੀਂ ਅਸੀਂ ਨਹੀਂ ਉੱਧਰ ਜਾਣਾ। ਅਤੇ ਉਹਨੇ ਕਿਹਾ ਫਿਰ ਇੱਧਰ ਫਲਾਣੀ ਪਤਾ ਨਹੀਂ ਹੋਰ ਕੋਈ ਐਗਜੀਬਿਸ਼ਨ ਲੱਗੀ ਹੈ, ਤੁਸੀਂ ਉਹਦੇ ਵਿੱਚ ਬੈਠ ਕੇ ਨਾ ਕਿਸ਼ਤੀ 'ਚ ਬੈਠ ਕੇ ਜਾ ਕੇ ਦੇਖ ਸਕਦੇ ਹੋ। ਫਿਰ ਉਹਨਾਂ ਨੇ ਸਾਨੂੰ ਟਿਕਟ ਕਿਸ਼ਤੀ 'ਤੇ ਲੈ ਲਈ। ਆਪ ਉਹਨੇ ਕਿਹਾ ਵੀ ਅੱਛਾ ਵੀ ਮੈਂ ਤਾਂ ਮੱਛੀ ਖਾਵਾਂਗੀ, ਤੁਸੀਂ ਖਾਓ ਚਾਵਲ। ਕਹਿਣ ਦਾ ਮਤਲਬ ਸੀਗਾ ਉਹਦਾ। ਫਿਰ ਅਸੀਂ ਉਹਦੇ 'ਚ ਬੈਠ ਕੇ ਦੇਖ ਕੇ ਆਏ ਉਹ ਐਮਸਟਰਡਮ ਸਾਰਾ। ਫਿਰ ਅਸੀਂ ਉੱਥੇ ਬੜਾ ਇੰਜੋਏ ਕੀਤਾ। ਫਿਰ ਉੱਥੋਂ ਫਿਰ ਇੱਕ ਵਾਰੀ ਫਿਰ ਆ ਗਈ ਸਾਡੇ ਇੱਥੇ ਸ਼ਹਿਰ। ਉੱਥੇ ਫਿਰ ਨਾਈਟ ਕਲੱਬ 'ਤੇ ਮੈਨੂੰ ਲੈ ਕੇ ਗਈ ਸੀ ਉਹ ਐਕਸਪੀਰੀਅੰਸ ਕੀ ਸੀ? ਵੀ ਇਹਨੇ ਮੈਨੂੰ ਇਹ ਨਹੀਂ ਸੀ ਪਤਾ ਵੀ ਇਹੋ ਜਿਹਾ ਵੀ ਕੁਛ ਹੋ ਗਿਆ। ਉਹ ਮੈਨੂੰ ਇਹ ਤਾਂ ਪਤਾ ਲੱਗ ਗਿਆ ਸੀ ਉਹਨੂੰ ਕਿ ਮੈਂ ਲੇਖਕ ਹਾਂ। ਉਹ ਕਹਿੰਦੀ ਵੀ ਇੱਥੇ ਆ ਕੇ ਤੁਸੀਂ ਕੀ ਦੇਖਿਆ LA 'ਚ ਆ ਕੇ? ਵੀ ਅਸੀਂ ਕਿਹਾ ਵੀ ਅਸੀਂ ਉਹ ਸਟੂਡੀਓ ਸਟੂਡੀਓ ਸਿਟੀ ਜਿਹੜੀ ਦੁਨੀਆ ਦਾ ਵੱਡਾ ਸਟੂਡੀਓ ਹੈ, ਉਹ ਦੇਖਿਆ। ਮੇਰੇ ਬੇਟੇ ਨੇ ਦਿਖਾਤਾ ਸੀ। ਅਤੇ ਇੱਕ ਡਿਜ਼ਨੀਲੈਂਡ ਹੈ, ਮੈਂ ਕਿਹਾ ਉਹ ਵੀ ਦੇਖਿਆ। ਹੋਰ ਅਸੀਂ ਕਾफ़ी कुछ देखा। कहती फिर तो आपने खाक देखा, जो देखने वाली चीज़ तो देखी नहीं। मैंने कहा वो क्या था? कहती वो पैराडाइज। मैं कहा पैराडाइज मैं कहा भी बहुत अच्छी जगह होएगी पैराडाइज, इन्ना अच्छा ना है ਉਹਦਾ। ਕਹਿੰਦੀ डू यू वांट टू गो? ਫਿਰ 1-2 ਸਹੇਲੀ ਉਹਦੇ ਨਾਲ ਹੋਰ ਵੀ ਸੀ ਮੇਰਾ ਖਿਆਲ, ਉਹ ਉੱਥੋਂ ਦੀ ਰਹਿਣ ਵਾਲੀ ਸੀ, ਉਹ ਬਾਹਰੋਂ ਆਈ ਸੀ। ਅਤੇ ਉਹਨੇ ਕਹਿੰਦੀ ਪਰ ਉੱਥੇ ਆਪਾਂ ਨੂੰ ਰਾਤ ਨੂੰ ਜਾਣਾ ਪਏਗਾ। ਪਰ ਫਿਰ ਉਹਨੇ ਮੈਨੂੰ ਬੁਲਾਇਆ। ਮੈਂ ਕਿਹਾ ਮੈਂ ਰਾਤ ਕਿ ਮੈਂ ਆਪਣੇ ਹਸਬੈਂਡ ਨੂੰ ਕਿਹਾ। ਫਿਰ ਉਹਦੇ ਰਾਤ ਆਪਣੇ ਘਰ ਰੱਖਿਆ ਉੱਥੇ ਸਾਨੂੰ ਲੈ ਕੇ। ਫਿਰ ਸਾਨੂੰ ਲੈ ਕੇ ਗਈ ਉਹ ਜਿਹੜਾ ਪੈਰਾਡਾਈਜ਼ ਸੀ, ਬਾਕੀ ਬਾਹਰ ਉੱਥੇ ਨਾਂ ਲਿਖਿਆ ਹੋਇਆ ਸੀ ਪੈਰਾਡਾਈਜ਼। ਜੇ ਮੈਂ ਵੀ ਸਮਝਿਆ ਵੀ ਪੈਰਾਡਾਈਜ਼ ਪਤਾ ਨਹੀਂ ਕਿੰਨੀ ਅੱਛੀ ਜਗ੍ਹਾ ਹੋਈ। ਅਸੀਂ ਬੜੇ ਜਿਵੇਂ ਹੀ ਅੰਦਰ ਬੜੇ, ਹਨੇਰਾ ਕੁਛ ਦਿਖੇ ਨਾ ਉੱਥੇ। फिर वो कहती मैनू हाथ फड़ के आप मेरा मगर आइए भाई, आप चुप करके आइए, बोली ना, चुप करके आइए। हिंदी बोलती सी वो।
ਪਤਾ ਨਹੀਂ ਇੱਥੋਂ ਦੀ ਕਿੱਥੋਂ ਦੀ ਸੀ, ਸੁਧਾ ਸੀ ਸ਼ਾਇਦ ਉਹਦਾ ਨਾਮ, ਸੁਧਾ ਮੇਰਾ ਆਪਣਾ ਖਿਆਲ ਹੈ। ਅਤੇ ਮੈਨੂੰ ਉੱਥੇ ਇੱਕ ਖਾਲੀ ਜਿਹੀ ਟੇਬਲ ਪਈ ਸੀ, ਉੱਥੇ ਬੈਠ ਗਿਆ, ਬਿਠਾ ਦਿੱਤਾ। ਮੇਰੇ ਖਿਆਲ ਨਾਲ ਇੱਕ ਕੁੜੀ ਹੋਰ ਵੀ ਸੀ, ਅਤੇ ਬੈਠ ਕੇ ਚੁੱਪ ਕਰਕੇ ਹਨੇਰਾ ਖੁੱਪ। ਇੰਨੀ ਦੇਰ 'ਚ ਇੱਕ ਕੁੜੀ ਨਾ ਡਰਿੰਕ ਲੈ ਕੇ ਆਈ ਸਾਡੇ ਲਈ, ਨੰਗੀ ਜੀ, ਅੱਧ ਪਤੇਦੇ ਜਿਹੇ ਕੱਪੜੇ ਪਾਏ। ਮੈਂ ਕਿਹਾ ਵੀ ਮੈਂ ਤਾਂ ਕੋਈ ਡਰਿੰਕ ਲੈਂਦੀ ਨਹੀਂ। ਉਹ ਕਹਿੰਦੀ ਨਹੀਂ ਨਹੀਂ ਲੈ ਲਓ ਲੈ ਲਓ, ਸੌਫਟ ਡਰਿੰਕ ਲੈ ਲਓ। ਪਤਾ ਨਹੀਂ ਮੈਨੂੰ ਉਹਨੇ ਕੋਕਾ ਕੋਲਾ ਲਿਆ ਕੇ ਦਿੱਤਾ ਕੁਛ, ਪਰ ਮੇਰਾ ਮੂੰਹ ਲਾਉਣ ਨੂੰ ਜੀ ਨਾ ਕਰਿਆ। ਫਿਰ ਅਸੀਂ ਕਹਿੰਦੀ ਪਰਦੇ ਮਿਊਜ਼ਿਕ ਹੋ ਰਿਹਾ ਸੀ, ਐਂ ਪਰਦਾ ਸੀਗਾ, ਪਰਦੇ ਸ਼ੀਸ਼ਾ ਲੱਗਿਆ ਸੀ, ਸ਼ੀਸ਼ੇ ਦੇ ਪਿੱਛੇ ਨਾ ਉਹ ਡਾਂਸ ਕਰ ਰਹੀਆਂ ਸੀ ਕੁੜੀਆਂ। ਬਸ ਉੱਥੇ ਦਿਖਦਾ ਸੀ, ਹੋਰ ਅੰਦਰ ਜਿਹੜੇ ਅਸੀਂ ਬੈਠੇ ਉਹ ਕੋਈ ਕਿਸੇ ਨੂੰ ਨਹੀਂ ਸੀ ਦੇਖ ਸਕਦਾ। ਬੜੀ ਅਜੀਬ ਜਿਹੀ ਤਰ੍ਹਾਂ ਦੇਖਿਆ ਉਹਨੇ। ਪਹਿਲਾਂ ਜਦੋਂ ਉਹ ਸਟੇਜ 'ਤੇ ਹੀ ਜਾਤਾ, ਉਹਨੇ ਕਾਫੀ ਕੱਪੜੇ ਪਾਏ ਸੀ, ਹੌਲੀ ਹੌਲੀ ਉਹਨੇ ਸਾਰੇ ਕੱਪੜੇ ਸਾਡੇ ਸਾਹਮਣੇ ਉਤਾਰੇ। ਸਮਝ ਨਹੀਂ ਆਈ ਮੈਨੂੰ ਤਾਂ, ਕਾਂਬਾ ਹੀ ਛਿੜ ਗਿਆ ਦੇਖ ਕੇ। मैंने कहा सुधा जल्दी बाहर निकली, जल्दी बाहर निकलिए। फिर उस तो बाद शायद एक लड़का भी आया, अरे बैठी रहो आप खा, मेरे को बाद आप खा के राइटर हो, लिखने वाली या तो लिखती नहीं लिखने वाली खा के लिखोगे आप। फिर सचमुच मैं ਉਹਦੇ ਕਹੇ ਤੋਂ ਆਰਟੀਕਲ ਲਿਖਿਆ, ਉਹਨੂੰ ਸੁਣਾਇਆ ਵੀ। ਫਿਰ ਮੈਨੂੰ ਫਿਰ ਮੈਂ ਸਾਰਿਆਂ ਤੋਂ ਇਹ ਕਿਤਾਬ ਨਾ ਅੱਜ ਵੀ ਛੁਪਾਉਂਦੀ ਰਹਿੰਦੀ। ਮੈਂ ਕਿ ਇਹਨੂੰ ਹੁਣ ਮੈਂ ਪਾੜ ਦੇ ਸਕਦੀ ਨਹੀਂ ਵਿੱਚੋਂ, ਕਿਉਂਕਿ ਛਪ ਚੁੱਕਿਆ ਹੈਗਾ। ਫਿਰ ਮੈਂ ਕਿਹਾ ਉੱਠ ਕੇ ਫਿਰ ਨਾ ਦੋਨਾਂ ਆ ਗਈਆਂ ਬਾਹਰ ਹਨੇਰੇ ਵਿੱਚ। ਕੁਛ ਦੇਖਿਆ ਨਹੀਂ, ਬਾਅਦ 'ਚ ਨਹੀਂ ਦੇਖਿਆ। ਵੈਸੇ ਇੱਕ ਲੜਕਾ ਵੀ ਆਇਆ ਸੀ, ਉਹਨੂੰ ਵੀ ਅਸੀਂ ਦੇਖਿਆ। ਬਸ ਉਸ ਤੋਂ ਬਾਅਦ ਫਿਰ ਮੈਨੂੰ ਤਾਂ ਕੁਛ ਹੋਣ ਲੱਗ ਗਿਆ। ਦੂਜੇ ਦਿਨ ਮੈਂ ਇੰਨੀ ਪਰੇਸ਼ਾਨ ਹੋਈ, ਨਾ ਰੋਟੀ ਖਾਵਾਂ ਨਾ ਕੁਛ, ਮੈਨੂੰ ਉਹੀ ਸਭ ਕੁਛ ਦਿਖੀ ਜਾਵੇ। वो वैसे ना बाद में सुधा क्या आप यहाँ रहते हो, अब तो आपने यहीं रहना है, यहाँ का कल्चर देखना तो पड़ेगा ना तुम्हें, तभी तो लिख सकते हो। मैं क्या चलो ठीक है। उस तो बाद ना सुधा मैंने मिली है ना मैं ਉਹਨੂੰ मिली हाँ। वैसे फिर तो मैं वापस आ गई दिल्ली। ਉਹ ਵੀ ਇੱਕ ਐਕਸਪੀਰੀਅੰਸ ਸੀਗਾ। ਵੈਸੇ ਮੈਨੂੰ ਪਤਾ ਉਹਦੇ 'ਚ ਜਿਹੜਾ ਮਿਊਜ਼ਿਕ ਵੱਜ ਰਿਹਾ ਸੀ ਉਹ ਵੀ ਮੈਨੂੰ ਯਾਦ ਹੈ, ਡੋਂਟ ਡਿਨਾਈ ਮੀ ਸੈਟਿਸਫਾਈ ਮੀ। ਇਹੀ ਗਾਣਾ ਵੀ ਇਹੀ ਗਾ ਰਹੀ ਸੀ ਉਹ। ਮੈਂ ਸ਼ਾਇਦ ਇਹ ਲਾਈਨ ਵੀ ਲਿਖੀ ਹੈ ਮੇਰੇ ਖਿਆਲ ਉਹਦੇ 'ਚ, ਪੈਰਾਂ ਦੇ ਰੁੱਖ 'ਚ। ਪਰ ਇਹ ਆਰਟੀਕਲ ਮੈਂ ਹਰੇਕ ਕਿਸੇ ਨੂੰ, ਇਹ ਕਿਤਾਬ ਦਿੰਦੀ ਨਹੀਂ ਕਿਸੇ ਨੂੰ ਮੈਂ। ਤੁਸੀਂ ਦੇਖੀ ਹੋ? ਪਰ ਮੈਨੂੰ ਲੱਗਦਾ ਕਿ ਮਨਜੀਤ ਨੇ ਇਸੇ ਕਰਕੇ ਲਗਾਈ ਹੈ ਇਹ MA 'ਚ, ਕਿਉਂਕਿ ਵੱਡੇ ਸਟੂਡੈਂਟ ਇਹੋ ਜਿਹਾ ਦੇਖਣਗੇ, ਛੋਟੇ ਨੂੰ ਤਾਂ ਦੇਖਣ ਦੀ ਲੋੜ ਵੀ ਨਹੀਂ ਆਈ। ਵੈਸੇ ਹੁਣ ਜਿਹੜੇ ਬਾਹਰ ਜਾਂਦੇ ਨੇ ਇਹੋ ਜਿਹੇ ਕੰਮ ਤਾਂ ਕਰਦੇ ਹੀ ਨੇ। ਮੈਂ ਤਾਂ ਆਪ ਹੀ ਪਹਿਲਾਂ ਸੌਰੀ ਮੰਗੇ ਵੀ ਮੈਂ ਆਪਣੇ ਮਨ ਨੂੰ ਕੰਟਰੋਲ ਨਹੀਂ ਕਰ ਸਕੀ, ਇਸੇ ਕਰਕੇ ਲਿਖ ਰਹੀ ਹਾਂ। ਔਰ ਸੁधा ਨੇ ਮੈਨੂੰ ਬਾਰ ਕਹਾ ਅਗਰ ਆਇਓ ਤਾਂ ਕੁਛ ਲਿਖੋ ਪਤਾ ਨਹੀਂ ਜੋ ਵੀ ਲਿਖਤਾ ਮੈਨੂੰ ਨਹੀਂ ਪਤਾ ਉਹਨੂੰ ਠੀਕ ਸੀ ਕਿ ਨਹੀਂ ਠੀਕ ਸੀ, ਆਈ ਡੋਂਟ ਨੋ। ਹੋਰ ਕੁਛ ਤੁਹਾਨੂੰ ਯਾਦ ਆਇਆ ਹੋਰ ਕੋਈ? ਠੀਕ ਹੈ, ਤੁਸੀਂ ਲਾਸ ਵੇਗਸ ਵੀ ਗਏ? ਲਾਸ ਵੇਗਸ ਵੀ ਗਈ ਮੈਂ। ਲਾਸ ਵੇਗਸ ਕਈ ਵਾਰ ਗਏ, ਜਦੋਂ ਵੀ ਅਸੀਂ ਜਾਂਦੇ ਸੀਗੇ। ਮੇਰੇ ਬੱਚੇ ਲੈ ਜਾਂਦੇ ਸੀਗੇ, ਮੇਰੇ ਹਸਬੈਂਡ ਵੀ ਨਾਲ ਜਾਂਦੇ ਸੀ, ਮੇਰੇ ਬ੍ਰਦਰ ਸਿਸਟਰ ਵੀ ਉੱਥੇ ਰਹਿੰਦੇ ਨੇ। ਲਾਸ ਵੇਗਸ ਜ਼ਰੂਰੀ ਨਹੀਂ ਅਸੀਂ ਕੈਸੀਨੋ ਜਾਂਦੇ ਸੀ। ਲਾਸ ਵੇਗਸ ਇੱਕ ਐਸਾ ਸ਼ਹਿਰ ਹੈ ਜਿੱਥੇ ਤਾਲੇ ਨਹੀਂ ਲਾਏ ਜਾਂਦੇ, ਘਰ ਖੁੱਲ੍ਹੇ ਹੁੰਦੇ ਨੇ। ਓਨੈਸਟੀ ਇੰਨੀ ਹੈਗੀ ਆ ਉੱਥੇ। ਅਤੇ ਜੇ ਕੋਈ ਜਿੱਤ ਜਾਂਦਾ ਨਾ ਅਤੇ ਖੁਦ ਸਿਕਿਉਰਿਟੀ ਵਾਲੇ ਉਹਨੂੰ ਘਰ ਛੱਡ ਕੇ ਆਉਂਦੇ, ਜੇ ਬਹੁਤ ਜ਼ਿਆਦਾ ਮਤਲਬ ਜਿਹਨੂੰ ਜਾਂ ਇੱਕ ਪੋਟ ਕਹਿੰਦੇ ਜਾਂ ਪੋਟ ਮਿਲ ਜਾਵੇ। ਅਤੇ ਦੂਸਰੀ ਗੱਲ ਇਹ ਹੈ ਕਿ ਜਿੰਨਾ ਤੁਸੀਂ ਯੂ ਹੈਵ ਸੀਨ ਲਾਸ ਵੇਗਸ? ਨੋ। ਉਹ ਜਿਹੜਾ ਸ਼ਹਿਰ ਹੈ ਨਾ ਨੋਵੇਦਾ ਸਟੇਟ ਦੇ ਵਿੱਚ ਹੈਗਾ। ਮਤਲਬ ਜਿਹੜੀਆਂ ਇਹਦੀਆਂ ਹੈਗੀਆਂ 50 ਸਟੇਟਸ ਹੈਗੀਆਂ USA ਦੀਆਂ, ਲੇਕਿਨ ਉਹ ਅਲੱਗ ਨੋਵੇਦਾ ਸਟੇਟ 'ਚ ਹੈਗਾ। ਉਹ ਇੱਥੇ ਉਹ ਤਾਂ ਬਣਾਇਆ ਗਿਆ ਕਿ ਉੱਥੇ ਨਾ ਕੋਈ ਪੱਥਰ ਹੀ ਪੱਥਰ ਹੈ ਸਾਰਾ ਕੁਝ, ਮਤਲਬ ਖੇਤੀਬਾੜੀ ਨਹੀਂ ਹੋ ਸਕਦੀ। ਮਤਲਬ ਇਸ ਕਰਕੇ ਉਹਨਾਂ ਨੇ ਇਹ ਬਿਲਡਿੰਗਾਂ ਹੀ ਉੱਥੇ ਬਣਾਈਆਂ। ਇਹ ਜਿਹੜਾ ਸਾਡਾ ਇਸ ਵੇਲੇ ਪ੍ਰੈਜ਼ੀਡੈਂਟ ਹੈ ਉੱਥੇ, ਕੀ ਆ ਉਸਦਾ ਨਾਂ, ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਜਿਹੜਾ, ਟਰੰਪ ਦੀਆਂ ਸਾਰੇ ਕਸੀਨੋ ਟਰੰਪ ਦੇ ਹੈਗੇ ਉਹ। ਅਤੇ ਉਸ ਕਸੀਨੋ ਤੋਂ ਇਲਾਵਾ ਉੱਥੇ ਕੀ ਚੀਜ਼ ਹੈ, ਇੱਕ ਮਿਊਜ਼ੀਅਮ ਬਣਿਆ ਹੋਇਆ। ਉਹ ਜਿਹੜਾ ਮਿਊਜ਼ੀਅਮ ਹੈ ਨਾ, ਰਾਤ ਨੂੰ ਜਿਹੜਾ ਉਹ ਛੱਤ ਦੇ ਉੱਤੇ ਦਿਖਾਉਂਦੇ, ਛੱਤ ਦੇ ਹੇਠਾਂ ਦੇਖੋ ਆਹ ਛੱਤ ਹੈ ਨਾ, ਇਹਦੇ ਉੱਤੇ ਹਿਰਨ ਭੱਜ ਰਹੇ ਨੇ, ਹਾਥੀ ਲੜ ਰਹੇ ਨੇ,
ਸਾਰਾ ਜੰਗਲ ਹੈ, ਇਸ ਤੋਂ ਬਾਅਦ ਪਰੀਆਂ, ਇਹੋ ਜਿਹਾ ਉਹ ਵੀ ਚੀਜ਼ ਦੇਖਣ ਵਾਲੀ ਹੈਗੀ ਹੈ। ਜ਼ਰੂਰੀ ਨਹੀਂ ਕਿ ਵੀ ਵੈਂਟ ਟੂ ਕਸੀਨੋ ਐਂਡ ਇੰਜੋਏ ਦਾ ਗੇਮ। ਉਹਦੇ ਅਦਰਵਾਈਜ਼ ਵੀ ਬਹੁਤ ਕਸੀਨੋ, ਉਹ ਜਿਹੜਾ ਉਹ ਲਾਸ ਵੇਗਸ ਆ ਉਹ ਦੇਖਣ ਵਾਲਾ ਹੈ। ਦੂਸਰੀ ਗੱਲ ਉਹਦੀ ਇਹ ਮੈਨੂੰ ਬਹੁਤ ਅੱਛੀ ਲੱਗੀ, ਪਤਾ ਨਹੀਂ ਮੈਂ ਉਹਦੇ 'ਚ ਲਿਖੀ ਕਿ ਨਹੀਂ, ਕਿ ਉੱਥੇ ਉਹੀ ਇੱਕ ਸਾਰੇ ਅਮਰੀਕਾ 'ਚ ਸ਼ਹਿਰ ਹੈਗਾ ਜਿੱਥੇ ਤੁਸੀਂ 24 ਆਵਰ 'ਚ ਡਾਈਵੋਰਸ ਦੇ ਸਕਦੇ ਹੋ, 24 ਆਵਰ 'ਚ ਸ਼ਾਦੀ ਕਰਕੇ 24 ਆਵਰ 'ਚ ਡਾਈਵੋਰਸ ਦੇ ਸਕਦੇ ਹੋ। ਅਤੇ ਬਹੁਤ ਲੋਕ ਨਾ ਜਿਹੜੇ ਸਾਡੇ ਇੱਥੋਂ ਦੇ ਮੈਰਿਡ ਬੰਦੇ ਨੇ ਉਹਨਾਂ ਨਾਲ ਸ਼ਾਦੀ ਕਰ ਦਿੰਦੇ ਨੇ, ਇਸ ਕਰਕੇ ਕਿ ਉਹਨਾਂ ਨੇ ਪੱਕਾ ਹੋਣਾ ਹੁੰਦਾ। ਫਿਰ ਉਹਨਾਂ ਦਾ ਪੀਰੀਅਡ ਹੁੰਦਾ ਕਿ ਇੰਨੇ ਪੀਰੀਅਡ ਬਾਅਦ ਤਾਂ ਆਪਾਂ ਦੋਨੋਂ ਅਲੱਗ ਹੋ ਜਾਂਗੇ। ਜਦ ਤੱਕ ਉਹ ਅਲੱਗ ਨਹੀਂ ਹੁੰਦੀ, ਜਦ ਤੱਕ ਮੁੰਡਾ ਉਹਨੂੰ ਪੈਸੇ ਦਿੰਦਾ ਰਹਿੰਦਾ, ਤਨਖਾਹ, ਪੈਸੇ ਵੀ ਆਉਂਦੇ ਜਾਂਦੇ ਵੀ ਰਹਿੰਦੇ ਨੇ, ਘਰ ਰਹਿੰਦੇ ਅਲੱਗ ਅਲੱਗ ਨੇ। ਅਤੇ ਉਹ ਫਿਰ ਨਾ ਡਿਵੋਰਸ ਦੇਣ ਜਾਂਦੇ ਨੇ ਉੱਥੇ ਜ਼ਿਆਦਾ ਲੋਕ ਜਿਹੜੇ ਇੰਡੀਅਨ ਨੇ। ਬਾਕੀ ਉਹਨਾਂ ਦੀ ਇੰਜੋਏ ਵੀ ਹੋ ਜਾਂਦੀ ਹੈ, ਦੇਖ ਵੀ ਲੈਂਦੇ ਨੇ। ਪਰ ਉੱਥੇ ਜਿੱਥੇ ਉਹ ਰਹਿੰਦੇ ਨੇ ਲਾਸ ਵੇਗਸ ਜਾਂ ਇੱਧਰ ਉੱਧਰ, ਤਾਂ 6 ਮਹੀਨੇ ਉਸ ਨੂੰ ਜ਼ਰੂਰ ਲੱਗਦੇ ਨੇ ਮਿਨੀਮਮ। ਬਸ ਇੱਕੋ ਉਹੀ ਸ਼ਹਿਰ ਹੈ ਜਿੱਥੇ 24 ਆਵਰ 'ਚ ਤੁਸੀਂ ਉਹਨੂੰ ਡਿਵੋਰਸ ਦੇ ਸਕਦੇ ਹੋ। ਅਤੇ ਡਿਵੋਰਸ ਲੈਣ ਤੋਂ ਬਾਅਦ ਉਹ ਆਪਣੀਆਂ ਕਾਰਾਂ 'ਚ ਬਹਿ ਜਾਂਦੇ ਨੇ। ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਉੱਥੇ ਕੁੜੀਆਂ ਕੰਮ ਕਰਦੀਆਂ ਨੇ ਉਹਦੇ ਵਿੱਚ ਕਸੀਨੋ 'ਚ, ਬਿਊਟੀਫੁਲ ਕੁੜੀਆਂ ਹੁੰਦੀਆਂ, ਪਰ ਮਤਲਬ ਤੁਸੀਂ ਉਹਨਾਂ ਨੂੰ ਅੱਖ ਭਰ ਕੇ ਦੇਖ ਨਹੀਂ ਸਕਦੇ ਉਹਨਾਂ ਨੂੰ। ਮਤਲਬ ਉਹਨਾਂ ਨਾਲ ਅੱਛਾ ਬਿਹੇਵ ਕਰਨਾ ਪਊਗਾ, ਤੁਸੀਂ ਵੈਰੀ ਗੁੱਡ ਬਿਹੇਵ ਕਰੋਗੇ। ਅਤੇ ਅਗਰ ਕੋਈ ਤੁਸੀਂ ਇੱਦਾਂ ਦੀ ਉਹਨੂੰ ਦੇਖਦੇ ਹੋ, ਕਮੈਂਟ ਕਰਦੇ ਹੋ, ਅਤੇ ਤੁਹਾਨੂੰ ਜਦ ਹੀ ਮਤਲਬ ਸਜ਼ਾ ਹੋ ਜਾਏਗੀ। ਮਤਲਬ ਉਹਨਾਂ ਨੇ ਉਹ ਆਪਣਾ ਕੰਮ ਕਰਨਾ ਓਨੈਸਟੀ ਨਾਲ, ਤੁਸੀਂ ਆਪਣਾ ਖੇਡਣਾ ਓਨੈਸਟੀ ਨਾਲ। ਜੇ ਕਿਸੇ ਨੇ ਤੁਸੀਂ ਮਸ਼ੀਨ ਵੀ ਬਦਲਣੀ ਹੈ ਜਾਂ ਮਸ਼ੀਨ 'ਚ ਤੁਹਾਡੇ ਪੈਸੇ ਰਹਿ ਗਏ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਉਹ ਵੀ ਆ ਕੇ ਤੁਹਾਨੂੰ ਸਭ ਕੁਛ ਕਰਨਗੇ। ਮਤਲਬ ਓਨੈਸਟੀ ਉੱਥੇ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ। ਕੋਈ ਉੱਥੇ ਚੋਰੀ ਨਹੀਂ ਹੁੰਦੀ, ਕੋਈ ਤਾਲਾ ਨਹੀਂ ਲੱਗਦਾ ਘਰਾਂ ਨੂੰ। ਦਿਨ 'ਚ ਲੋਕ ਸੌਂਦੇ ਨੇ, ਰਾਤ ਨੂੰ ਸਾਰੇ ਜਾਗਦੇ ਉੱਥੇ ਵਰਕਰ। ਬਸ ਕਸੀਨੋ ਹੀ ਕਸੀਨੋ ਨੇ, ਮਤਲਬ ਵਰਕਰ ਬਹੁਤ ਜ਼ਿਆਦਾ ਨੇ ਉਹਨਾਂ ਦੇ। ਆਖਰੀ ਅਸਲੀ ਗੱਲ ਤਾਂ ਵੈਸੇ ਇਹੀ ਹੈ ਕਿ ਮਨੁੱਖ ਜਨਮ ਦਾ ਜਿਹੜਾ ਅਸਲੀ ਅਰਥ ਹੈ ਉਸ ਵੱਲ ਮੈਨੂੰ ਧਿਆਨ ਦੇਣਾ ਚਾਹੀਦਾ। ਕਿਉਂਕਿ ਹੁਣ ਜਿਸ ਤਰੀਕੇ ਨਾਲ ਮੈਂ ਜਿਹੜੀ ਜਗ੍ਹਾ 'ਤੇ ਆ ਕੇ ਖੜ੍ਹੀ ਹਾਂ, ਹੁਣ ਕੋਈ ਮੇਰੀ ਉਮਰ ਦਾ ਮੈਂ ਕਹਿ ਨਹੀਂ ਸਕਦੀ ਕਦੋਂ ਦੀਵਾ ਬੁੱਝ ਜਾਵੇ। ਪਰ ਮੈਂ ਇਸ ਜਿਹੜੀ ਏਜ ਹੈ, ਸਾਰੀ ਜਿਹੜੀਆਂ 3 ਸਟੇਜਾਂ ਨੇ ਨਾ ਸ਼ੇਕਸਪੀਅਰ ਦੇ ਮੁਤਾਬਿਕ, ਪਹਿਲਾਂ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢਾਪਾ ਹੈ। ਬਚਪਨ ਮੇਰਾ ਮੈਂ ਕੋਈ ਇੰਜੋਏ ਨਹੀਂ ਕੀਤਾ, ਮੈਨੂੰ ਪਤਾ ਨਹੀਂ ਲੱਗਿਆ, ਕਿਉਂਕਿ ਮੇਰਾ ਬਚਪਨ 'ਚ ਤਾਂ ਮੇਰਾ ਵਿਆਹ ਕਰ ਦਿੱਤਾ। ਬਚਪਨ 'ਤੇ ਜਵਾਨੀ ਨੂੰ ਬੁਲਾ ਲਿਆ, ਜਵਾਨੀ ਮੈਨੂੰ ਫਿੱਟ ਨਹੀਂ ਆ ਰਹੀ ਸੀ ਉਸ ਵੇਲੇ, ਅਤੇ ਜਵਾਨੀ ਵੀ ਐਵੇਂ ਗਈ, ਬਚਪਨ ਵੀ ਐਵੇਂ ਗਿਆ। ਫਿਰ ਜਦੋਂ ਥੋੜ੍ਹਾ ਜਿਹਾ ਪੀਰੀਅਡ ਵਿੱਚੋਂ ਆਇਆ, ਜ਼ਿੰਦਗੀ ਨੇ ਕੁਛ ਸਾਨੇ ਪਲ ਦਿੱਤੇ ਕਿ ਹਸਬੈਂਡ ਵਾਈਫ ਅਸੀਂ ਬਹੁਤ ਚੰਗੇ ਦੋਸਤ ਬਣ ਗਏ, ਜ਼ਿੰਦਗੀ ਨੂੰ ਸਮਝਣ ਲੱਗ ਗਏ, ਤਾਂ ਫਿਰ ਉਹ ਸਾਡਾ ਵਿਛੋੜਾ ਹੋ ਗਿਆ। ਉਹ ਵਿਛੋੜੇ ਤੋਂ ਬਾਅਦ ਫਿਰ ਮੈਨੂੰ ਬੜੀਆਂ ਔਕੜਾਂ ਆਈਆਂ, ਉੱਥੇ ਰਹਿਣਾ ਮੇਰਾ ਮਤਲਬ ਮੁਹਾਲ ਹੋ ਗਿਆ। ਫਿਰ ਮੈਂ ਇੱਥੇ ਆ ਗਈ। ਇੱਥੇ ਆ ਕੇ ਸਤਿਗੁਰ ਦੀ ਦਇਆ ਨਾਲ ਮੈਂ ਮਤਲਬ ਜਿੱਥੇ ਹਾਂ, ਜਿਹੜੇ ਸਥਾਨ 'ਤੇ ਹਾਂ, ਜਿਹੜੇ ਵੀ ਜਗ੍ਹਾ 'ਤੇ ਹਾਂ, ਜਿਹੜੇ ਵੀ ਹਾਲ 'ਚ ਹਾਂ, ਬਹੁਤ ਖੁਸ਼ ਹਾਂ। ਅਤੇ ਮੈਂ ਸਮਝਦੀ ਹਾਂ ਕਿ ਮੇਰੇ ਲਈ ਇਹ ਸਭ ਤੋਂ ਮੇਰਾ ਸੁਨਹਿਰੀ ਸਮਾਂ ਇਹੀ ਹੈ, ਜਿੱਥੇ ਮੈਂ ਸ਼ਾਂਤੀ ਹੈ ਮੈਨੂੰ, ਅਤੇ ਹਰ ਮਤਲਬ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ। ਸ਼ੁਕਰ ਹੈ, ਦਾਤਾ ਦਾ ਸ਼ੁਕਰ ਹੈ, ਜੋ ਵੀ ਹੈ ਉਹਨੇ ਮੈਨੂੰ ਜਿਵੇਂ ਰੱਖਿਆ, ਬਹੁਤ ਖੁਸ਼ ਰੱਖਿਆ। ਮੈਂ ਬਹੁਤ ਖੁਸ਼ ਹਾਂ ਇਸ ਵਕਤ। ਮੈਂ ਆਪਣੀਆਂ ਜਿਹੜੀਆਂ ਮੇਰੀਆਂ ਸਮੱਸਿਆਵਾਂ ਸੀ ਬਚਪਨ ਦੀਆਂ ਜਾਂ ਜਵਾਨੀ 'ਚ, ਉਹਨਾਂ ਨੂੰ ਮੈਂ ਬਿਲਕੁਲ ਭੁੱਲ ਗਈ ਹਾਂ, ਕਿਉਂਕਿ ਸਮਾਂ ਹਮੇਸ਼ਾ ਇੱਕ ਵਾਰ ਰਹਿੰਦਾ, ਇੱਕੋ ਸਾਰ ਰਹਿੰਦਾ ਨਹੀਂ, ਬਦਲਦਾ ਰਹਿੰਦਾ। ਅਤੇ ਮੈਂ ਸਮਝਦੀ ਹਾਂ ਜਿਹੜਾ ਸੀਨੀਅਰ ਸਿਟੀਜ਼ਨ ਖੁਸ਼ ਹੈ ਜੇ, ਤਾਂ ਸਾਰਿਆਂ ਦੀ ਬੜੀ ਖੁਸ਼ੀ ਹੋਏਗੀ। ਜੇ ਸੀਨੀਅਰ ਸਿਟੀਜ਼ਨ ਘਰ ਦੇ ਵਿੱਚ ਦੁੱਖ ਹੈ, ਫਿਰ ਸਾਰਾ ਪਰਿਵਾਰ ਹੀ ਦੁਖੀ ਹੈ, ਪਰ ਉਹਦੀ ਪਰਵਾਹ ਨਹੀਂ ਕਰਦਾ ਨਾ, ਉਹ ਉਹਨਾਂ ਨੂੰ ਖੂੰਜੇ ਲਾ ਕੇ ਰੱਖਦਾ ਹੈ ਕੂੜੇ ਦੀ ਤਰ੍ਹਾਂ।
ਪਰ ਮੈਂ ਸਮਝਦੀ ਹਾਂ ਮੈਂ ਲੱਕੀ ਹਾਂ ਇਸ ਗੱਲੋਂ ਕਿ ਮੈਨੂੰ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ। ਇਸ ਵੇਲੇ ਸ਼ਾਂਤੀ ਵੀ ਦਿੱਤੀ ਹੈ, ਸਭ ਫੈਸਿਲਿਟੀਜ਼ ਵੀ ਦਿੱਤੀਆਂ। ਥੈਂਕ ਯੂ ਵੈਰੀ ਮਚ।